हमारे सहायता मिशन हेलो ओके सब तो पहला ਅਸੀਂ ਗੱਲ ਕੀਤੀ ਸੀਗੀ ਬੱਚੇ ਦੇ ਡਿਵੈਲਪਮੈਂਟ ਬਾਰੇ ਠੀਕ ਹੈ ਜੇ ਕਾਪੀ ਪੈਨ ਕੋਲੇ ਰੱਖੋ ਮੜਾ ਥੋੜੀ ਨੋਟਿੰਗ ਵੀ ਚਲੀ ਜਾਊਗੀ ਸਭ ਤੋਂ ਪਹਿਲਾਂ ਇੱਕ ਆਪਾਂ ਟੌਪਿਕ ਕੀਤਾ ਸੀਗਾ ਗਰੋਥ ਐਂਡ ਡਿਵੈਲਪਮੈਂਟ ਮੋਸਟ ਪ੍ਰੋਬੇਬਲੀ ਆ ਕਿ ਕੁਐਸਚਨ ਇਹਦੇ ਤੇ ਆ ਸਕਦਾ ਹੁੰਦਾ ਨਾ ਵੀ ਆਵੇ ਚਲੋ ਕੋਈ ਨਹੀਂ ਕੋਈ ਵੱਡਾ ਟੌਪਿਕ ਵੀ ਨਹੀਂ ਹੈਗਾ ਪਰ ਆਪਾਂ ਕੀਤਾ ਹੋਇਆ ਠੀਕ ਹੈ ਹੈਲੋ आवाज क्लीयर है सारे ओके 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 ग्रोथ डेवलपमेंट ठीक है बस नोट करी चलो प्रैशर नहीं आते तुहानू एक बार रिवाइज करोगे आ जाएगा उस तो अगे असीं कीता सीगा विकास के सिद्धांत प्रिंसिपल्स ऑफ डेवलपमेंट ठीक है रिवाइज मड़ा मड़ा दिमाग च घूम जे
विकास की दिशा ਕਿਹੜੇ टॉपिक सीगे विकास की दिशा दिशावां ਕਿਹੜੀਆਂ ਸੀਗੀਆਂ सिर से पैर की ओर शरीर के मध्य से बाहर की ओर ठीक है विकास की दिशा स्पीड नहीं दिशा दिशा हाँ सिर से पैर की ओर शरीर के मध्य से बाहर की ओर विभेदीकरण और एकीकरण विभेदीकरण अलग-अलग करना मां ਤੇ ਲੋਕਾਂ ਦੇ ਵਿੱਚ ਅਲੱਗ-ਅਲੱਗ ਬੱਚੇ ਨੂੰ ਕਰਨਾ ਪਹਿਲਾਂ ਕੀ ਕਰਦੀ ਏਕੀਕਰਨ ਸਾਰਿਆਂ ਨੂੰ ਸਾਰਿਆਂ ਕੋਲੇ ਚਲ ਜਾਂਦਾ ਬੱਚਾ ਬਾਅਦ ਵਿੱਚ ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰ ਦਿੰਦਾ ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੰਦਾ विकास की गति स्पीड ऑफ डेवलपमेंट ठीक है विकास ਜਿਹੜਾ ਹੈਗਾ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਕ੍ਰਮ ਦੇ ਵਿੱਚ ਹੁੰਦਾ ਪਰ ਨਾਲ ਕੀ ਹੁੰਦਾ ਉਹਦੀ ਸਪੀਡ ਅਲੱਗ-ਅਲੱਗ ਹੋ ਸਕਦੀ ਕੋਈ ਬੱਚਾ ਲੇਟ ਸਿੱਖਦਾ ਕੋਈ ਬੱਚਾ ਪਹਿਲਾਂ ਸਿੱਖ ਜਾਂਦਾ ਹਾਂ ਨਿਰਣਾਇਕ ਅਵਧੀਆਂ ਮੈਨੂੰ ਇਹਦਾ ਅੰਗਰੇਜ਼ੀ ਦੇ ਵਿੱਚ ਐਗਜ਼ੈਕਟ ਸ਼ਬਦ ਨਹੀਂ ਧਿਆਨ ਦੇ ਵਿੱਚ ਆਇਆ ਸੀ ਨਿਰਣਾਇਕ ਅਵਧੀਆਂ ਦੇ ਵਿੱਚ ਕੀ ਹੈ ਕਿ ਉਹ ਜਿਹੜਾ ਟਾਈਮ ਕਿਹੜਾ ਟਾਈਮ 3 ਤੋਂ 6 ਸਾਲ ਦਾ ਟਾਈਮ ਜਾਂ 1 ਤੋਂ 0 ਤੋਂ ਲੈ ਕੇ 6 ਸਾਲ ਦਾ ਟਾਈਮ ਬੱਚੇ ਦੇ ਵਾਸਤੇ ਨਿਰਣਾਇਕ ਅਵਧੀਆਂ ਦਾ ਕੰਮ ਕਰਦਾ ਜਿੱਥੇ ਬੱਚੇ ਦੇ ਅਗਰ ਉਹਦੀ ਪਾਲਣ ਪੋਸ਼ਣ ਸਹੀ ਨਹੀਂ ਹੁੰਦਾ ਤਾਂ ਉਹਦੇ ਭਵਿੱਖ ਦੇ ਵਿੱਚ ਜਾ ਕੇ ਬੱਚਾ ਬਿਮਾਰ ਰਹੇਗਾ ਜਾਂ ਉਹਨੂੰ ਪ੍ਰੋਬਲਮਸ ਆਉਣਗੀਆਂ ਉਹਦਾ ਗਰੋਥ ਚੰਗੀ ਤਰ੍ਹਾਂ ਨਹੀਂ ਹੋਏਗੀ ਡਿਵੈਲਪਮੈਂਟ ਚੰਗੀ ਤਰ੍ਹਾਂ ਨਹੀਂ ਹੋਏਗੀ ਤੇ ਜੇ ਇਸੇ ਹੀ ਉਮਰ ਦੇ ਵਿੱਚ ਬੱਚੇ ਨੂੰ ਵਧੀਆ ਪਾਲਣ ਪੋਸ਼ਣ ਮਿਲੇ ਤਾਂ ਇਹਨੂੰ ਹੁਣ ਇਸ ਟੌਪਿਕ ਨੂੰ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੀਦੀ ਮਤਲਬ ਕੀ ਇਸ ਚੀਜ਼ ਦਾ ਨਿਰਣਾਇਕ ਅਵਧੀਆਂ ਟਾਈਮ ਕੀ ਹੈਗਾ 0 ਤੋਂ ਲੈ ਕੇ 6 ਸਾਲ ਔਰ ਇਸ ਟਾਈਮ ਦੇ ਵਿੱਚ ਕੀ ਕੁਝ ਦੇਣਾ ਚਾਹੀਦਾ ਕੀ ਕੁਝ ਨਹੀਂ ਦੇਣਾ ਚਾਹੀਦਾ ਕੀ ਪ੍ਰੋਬਲਮਸ ਹੋ ਸਕਦੀਆਂ ਕੀ ਨਹੀਂ ਹੋ ਸਕਦੀਆਂ ਜਾਂ ਉਹਨਾਂ ਪ੍ਰੋਬਲਮਸ ਕਰਕੇ ਗਾਂ ਕੀ ਪ੍ਰੋਬਲਮ ਆਉਣਗੀਆਂ ਬੱਚੇ ਦੇ ਲਾਈਫ ਦੇ ਵਿੱਚ ਇਹਨੂੰ ਤੁਸੀਂ ਜਿੰਨਾ ਮਰਜ਼ੀ ਕਰਕੇ ਲਿਖ ਸਕਦੇ ਹੋ ਹਾਂਜੀ ਇੱਕ ਇਕੱਲਾ ਟੌਪਿਕ ਵੀ ਆਇਆ ਪੇਪਰ ਦੇ ਵਿੱਚ ਅੱਗੇ ਹੈਗਾ ਅਨੁਵੰਸ਼ਿਕਤਾ ਜਾਂ ਪਰਿਪੱਕਵਤਾ ਅਨੁਵੰਸ਼ਿਕਤਾ ਹੈਰੀਡਿਟੀ ਪਰਿਪੱਕਵਤਾ ਮੈਚਿਓਰਿਟੀ ਠੀਕ ਹੈ ਪਰਿਵੇਸ਼ ਇਕੋਲੋਜੀਕਲ ਸਿਸਟਮ ਜਿਹੜਾ ਸਾਡਾ ਆਲਾ ਦੁਆਲਾ ਉਹਦੇ ਬਾਰੇ ਟੌਪਿਕ ਆ ਸਕਦਾ ਕਿ ਉਹ ਕਿਵੇਂ ਪ੍ਰਭਾਵਿਤ ਕਰਦੇ ਆ ਜੇ ਅਸੀਂ ਪਿੰਡ 'ਚ ਰਹਿੰਦੇ ਕੀ ਪ੍ਰਭਾਵ ਹੋਏਗਾ ਸ਼ਹਿਰ ਵਿੱਚ ਰਹਿੰਦੇ ਕੀ ਪ੍ਰਭਾਵ ਹੋਏਗਾ ਮਾਤਾ ਪਿਤਾ ਦੇ ਡਿਪੈਂਡੈਂਟ ਹੁੰਦੇ ਆ ਕਿਉਂਕਿ ਹੈਰੀਡਿਟੀ ਦੇ ਵਿੱਚੋਂ ਜੀਨਸ ਆਉਂਦੇ ਆ ਠੀਕ ਹੈ ਫੈਕਟਰਸ ਆਫ ਚਾਈਲਡ ਡਿਵੈਲਪਮੈਂਟ ਹਾਂ ਉਸ ਤੋਂ ਬਾਅਦ ਆਪਾਂ ਕੀਤਾ ਸੀਗਾ ਕਿ ਬੱਚੇ ਨੂੰ शारीरिक देखभाल प्रेरण स्नेह और रिपोषण की आवश्यकता की महत्व पर चर्चा कीजिए या स्नेह व परिपोषण की हुंदा प्रेरणा की हुंदी है प्रेरण की हुंदा नीड फॉर स्टिमुलेशन बच्चे ਨੂੰ ਸਟੀਮੂਲੇਸ਼ਨ ਚਾਹੀਦਾ ਹੁੰਦਾ ਉਦੀਪਕ ਚਾਹੀਦੇ ਹੁੰਦੇ ਆ ਉਹਨੂੰ ਬੱਚੇ ਨੂੰ ਜਿਵੇਂ ਆਪਾਂ ਕਿਸੇ ਨੂੰ ਆਪਾਂ ਪਿੰਚ ਕਰਦੇ ਆ ਚੁੰਡੀ ਵੜਦੇ ਆ ਤਾਂ ਉਹ ਇੱਕਦਮ ਜਿਵੇਂ ਹਿੱਲ ਜਾਂਦਾ ਠੀਕ ਹੈ ਉਹ ਚੀਜ਼ ਜਿਹੜੀ ਹੁੰਦੀ ਆ ਉਹ ਬੱਚੇ ਨੂੰ ਉਦੀਪਨ ਕਰਨ ਵਾਸਤੇ ਉਹਨੂੰ ਪ੍ਰੇਰਣ ਕਰਨ ਵਾਸਤੇ ਬੱਚੇ ਨੂੰ ਅਸੀਂ ਦੇਖੋ ਬੱਚਾ ਬੈੱਡ ਦੇ ਉੱਤੇ ਬੈਠਾ ਹੈਗਾ ਅਸੀਂ ਉਹਦੇ ਕੋਲੇ ਖੜ ਕੇ ਉਹਨੂੰ ਹੱਥ ਦੇ ਵੱਲ ਕਰਕੇ ਆਵਾਜ਼ਾਂ ਮਾਰਦੇ ਆ ਠੀਕ ਹੈ ਉਹ ਕੀ ਹੁੰਦਾ ਕਿ ਉੱਠੇ ਛਾਲ ਮਾਰੇ ਜਾਂ ਅੱਗੇ ਨੂੰ ਆਵੇ ਰਿੜੇ ਇਹ ਕੀ ਹੈਗਾ ਸਟਿਮੂਲਾਈਜ਼ ਕਰਨਾ ਹੈ स्नेह और परिपोषण की आवश्यकता स्माइल करते हैं लव एंड नर्चरनेस ठीक है परिपोषण पोषण देना बच्चे ਨੂੰ नर्चर करना फिर ਅੱਗੇ ਹੈਗਾ ਬੱਚੇ ਦੇ ਅਧਿਕਾਰ ਕਿਹੜੇ ਹੈਗੇ ਨੇ ਇਹ ਪ੍ਰਸ਼ਨ ਸਿੰਪਲ ਹੈਗਾ ਸੀ ਤੁਹਾਨੂੰ ਤਾਂ ਦੱਸ ਦਿੱਤਾ ਕਿ ਹੋ ਸਕਦਾ ਇਹ ਆ ਵੀ ਜਾਵੇ ਨਾ ਵੀ ਆਵੇ ਤੇ ਬਸ ਇਹ ਹੈਗਾ ਕਿ ਤੁਹਾਨੂੰ ਕੋਈ ਬਹੁਤਾ ਔਖਾ ਨਹੀਂ ਹੈਗਾ ਤੁਸੀਂ ਇਹਨੂੰ ਪੁਆਇੰਟ ਪੜ੍ਹ ਲੈਣੇ ਆ ਰਾਈਟ ਟੂ ਇਕੁਐਲਿਟੀ ਜਿੰਨਾ ਮਰਜ਼ੀ ਨੂੰ ਬਣਾ ਕੇ ਲਿਖ ਲਓ ਬੱਚੇ ਦੀ ਸਮਾਨਤਾ ਦਾ ਅਧਿਕਾਰ ਰਾਈਟ ਟੂ ਸਪੈਸ਼ਲ प्रोटेक्शन विशेष सुरक्षा का अधिकार जी सेफ्टी नाम और राष्ट्रीयता का अधिकार हरेक बच्चे का एक नाम ठीक है ਉਹਦੀ ਰਾਸ਼ਟਰੀयता ਦਾ ਉਹਦਾ ਹੱਕਦਾਰ ਹੈ ਨੇਮ ਐਂਡ ਨੈਸ਼ਨੈਲਿਟੀ ਬੱਚੇ ਦੇ ਵਿੱਚ ਬੱਚੇ ਦਾ ਇੱਕ ਨਾਮ ਹੁੰਦਾ ਹੈ ਠੀਕ ਹੈ ਹਰ ਇੱਕ ਬੱਚੇ ਦਾ ਨਾਮ ਆਪਾਂ ਰੱਖਦੇ ਆ ਉਹਦਾ ਹੱਕ ਹੈ ਰਾਈਟ ਟੂ ਹੈਲਥ ਐਡੂਕੇਟ न्यूट्रिशन एंड मेडिकल फैसिलिटीज स्वास्थ्य पर्याप्त पोषण आवास और चिकित्सा संबंधी सुविधाओं का अधिकार अगला है विशिष्ट आवश्यकताओं वाले बच्चों को विशेष देखभाल का अधिकार ठीक है स्पैशल एजुकेशन जी बच्चों दी जाती है स्पैशल केयर वाले बच्चों वास्ते उन्होंने बच्चों वास्ते ਜਿਹੜੇ ਬੱਚਿਆਂ ਨੂੰ ਸਪੈਸ਼ਲ ਨੀਡਸ ਨੇ ਜਿਹੜੇ ਆਪਾਂ ਨੂੰ ਜਿਹਨਾਂ ਨੂੰ ਅਸੀਂ ਅਪੰਗ ਕਹਿ ਦਿੰਦੇ ਆ ਜਾਂ ਜਿਹੜੇ ਬੱਚੇ ਮੈਂਟਲੀ ਰਿਟਾਇਰਡ ਹੁੰਦੇ ਨੇ ਉਹ ਬੱਚੇ ਜਾਂ ਜਿਹੜੇ ਬੱਚੇ ਘੱਟ ਪੇਸ ਨਾਲ ਸਿੱਖਦੇ ਨੇ ਜਿਹੜੇ ਛੇਤੀ ਨਹੀਂ ਸਿੱਖਦੇ ਉਹਨਾਂ ਵਾਸਤੇ प्यार और पारस्परिक समझदारी का अधिकार राइट टू केयर एंड अंडरस्टैंडिंग शिक्षा का अधिकार ठीक है कॉमन जे पॉइंट हैगे ने तुसीं आपदे कोलों बना के भी लिख सकते हो खेल प्ले से संबंधित
ਠੀਕ ਹੈ। ਹੁਣ ਇਹ ਪਲੇ ਸੇ ਸੰਬੰਧਿਤ ਕੋਈ ਵੀ ਤੁਹਾਨੂੰ ਪ੍ਰਸ਼ਨ ਆਵੇ, ਜਿਵੇਂ ਤਾਂ ਮੈਨੂੰ ਕਰਵਾਇਆ ਸੀ, ਉਮੀਦ ਹੈ ਜੇ ਤੁਸੀਂ ਇੱਕ ਨੂੰ ਰਿਪੀਟ ਕੀਤਾ ਹੋਏਗਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। प्ले की भूमिका है, ठीक है, की रोल है, रोल ऑफ प्ले। प्रमोट कॉग्निटिव डेवलपमेंट, खेल कल्पनाशीलता और सृजनात्मकता को बढ़ावा देता है। फिर सीगा इमेजिनेशन एंड क्रिएटिविटी, खेल संज्ञानात्मक विकास को बढ़ावा देता है। पालनकर्ता की भूमिका, रोल ऑफ केयर गिवर, खेल भाषाई विकास में सहायक होता है। देखो जो कॉमन चीज़ां दे दिमाग च रखो ना, पॉइंट जिन्ने मर्जी बना लो। ਤੁਸੀਂ ਇਹ ਸੋਚੋ ਕਿ ਬੱਚਾ ਤੁਹਾਡਾ ਬਾਹਰ ਖੇਡਣ ਜਾ ਰਿਹਾ ਹੈ। ਜਦੋਂ ਬੱਚਾ ਬਾਹਰ ਖੇਡਣ ਜਾ ਰਿਹਾ ਤਾਂ ਉਹਦੇ ਕਿੱਥੇ ਕਿੱਥੇ ਉਹਨੂੰ ਪ੍ਰਭਾਵ ਪਏਗਾ, ਉਹਦੀ ਐਕਟੀਵਿਟੀਜ਼ ਵਧੀਆ ਹੋਣਗੀਆਂ, ਸਰੀਰ ਵਧੀਆ ਰਹੇਗਾ, ਉਹਦਾ ਹੈਲਥ ਵਧੀਆ ਰਹੇਗੀ, ਉਹਦੀ ਬਿਮਾਰੀਆਂ ਘੱਟ ਲੱਗੂਗੀਆਂ ਉਹਦੀਆਂ। ਠੀਕ ਹੈ। ਅਗਰ ਬੱਚਾ ਬਾਹਰ ਜਾਂਦਾ ਹੈ ਤਾਂ ਦੂਜੇ ਬੱਚੇ ਨਾਲ ਗੱਲਬਾਤ ਕਰੇਗਾ ਤਾਂ ਸੋਸ਼ਲ ਇੰਟਰੈਕਸ਼ਨ ਹੋਗੀ। ਠੀਕ ਹੈ। ਸੋਸ਼ਲ ਸਮਾਜ ਦੇ ਵਿੱਚ ਵਧੀਆ ਵਿਚਰਨ ਵਾਲਾ ਬੱਚਾ ਬਣ ਜਾਏਗਾ। ਜੇ ਬੋਲੂਗਾ ਤੇ ਭਾਸ਼ਾ ਦਾ ਵਿਕਾਸ ਆਪਣੇ ਆਪ ਹੀ ਹੋ ਜਾਣਾ, ਨਵੇਂ ਸ਼ਬਦ ਸਿੱਖੂਗਾ। ਠੀਕ ਹੈ। ਜਦੋਂ ਬੱਚਾ ਬਾਹਰ ਜਾਂਦਾ ਹੈ, ਜਦੋਂ ਉਹ ਖੇਡਦਾ ਹੈ ਤਾਂ ਉਹਨੂੰ ਹਾਰ ਜਿੱਤ ਮਹਿਸੂਸ ਹੁੰਦੀ ਹੈ। ਹਾਰ ਜਿੱਤ ਮਹਿਸੂਸ ਹੁੰਦੀ ਹੈ ਤਾਂ ਸੰਗਿਆਨਾਤਮਕ ਵਿਕਾਸ ਹੋਊਗਾ। ਠੀਕ ਹੈ। ਹਾਰ ਦੇ ਵਿੱਚ ਕਈ ਬੱਚੇ ਜਿਹੜੇ ਹੈਗੇ ਅਗਰੈਸਿਵ ਹੋ ਜਾਂਦੇ ਨੇ, ਕਈ ਬੱਚੇ ਜਿਹੜੇ ਹੈਗੇ ਉਹ ਇਸ ਚੀਜ਼ ਨੂੰ ਮੰਨਦੇ ਨੇ। ਇੰਟਰੈਕਸ਼ਨ ਹੁੰਦੀ ਹੈ, ਸੋਸ਼ਲਾਈਜੇਸ਼ਨ ਹੁੰਦਾ ਹੈ। ਸਰੀਰਕ ਕਿਰਿਆਤਮਕ ਵਿਕਾਸ ਨੂੰ बढ़ावा ਦਿੰਦਾ ਹੈ। ਫਿਜ਼ੀਕਲ ਐਂਡ ਮੋਟਰ ਡਿਵੈਲਪਮੈਂਟ, ਭਾਵਾਤਮਕ ਵਿਕਾਸ में सहायक होता है। ਬੱਚੇ ਰਲ ਕੇ ਖੇਡਦੇ ਨੇ, ਆਪਣੀਆਂ ਚੀਜ਼ਾਂ ਸ਼ੇਅਰ ਕਰਦੇ ਨੇ, ਭਾਵਾਤਮਕ ਵਿਕਾਸ ਹੁੰਦਾ ਹੈ। ਠੀਕ ਹੈ ਜੀ, ਇਹ ਕਰ ਲੈਣਾ ਤੁਸੀਂ। विभिन्न प्रकार के खेल, ਕਿਹੜੇ ਕਿਹੜੇ ਖੇਲ ਹੈਗੇ ਆ, ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਖੇਲ ਕਰਵਾਏ ਜਾ ਸਕਦੇ ਆ, ਤੁਹਾਨੂੰ ਕਰਵਾਏ ਹੋਏ ਨੇ, ਇਹਨੂੰ ਵੇਖਿਓ। ਅੰਦਰੂਨੀ, ਬਾਹਰੀ, ਮੁਕਤ, ਸੰਰਚਨਾਤਮਕ, ਫ੍ਰੀ ਐਂਡ ਸਟਰਕਚਰ ਪਲੇ, ਇਨਡੋਰ ਐਂਡ ਆਊਟਡੋਰ। ਕਲੇ ਨਾਲ ਖੇਡਣਾ, ਜਿਵੇਂ ਅੰਦਰ ਬੈਠ ਕੇ ਬੱਚੇ ਕਲੇ ਨਾਲ ਖੇਡ ਸਕਦੇ। ਇੰਡੀਵਿਜੂਅਲ ਔਰ ਗਰੁੱਪ ਪਲੇ। ਵਿਗਿਓਰੀਅਸ ਐਂਡ ਕੁਆਇਟ ਪਲੇ, ओजस्वी एवं शांत प्ले। कई बच्चे ਜਿਹੜੇ ਹੈਗੇ ਆ ਜ਼ਮੀਨ ਦੇ ਉੱਪਰ ਚਾਕ ਨਾਲ ਲਿਖ ਕੇ ਮਿੱਟੀ ਦੇ ਖਿਡੌਣੇ ਬਣਾਉਂਦੇ ਰਹਿੰਦੇ ਨੇ, ਆਰਾਮ ਨਾਲ ਖੇਡਦੇ ਰਹਿੰਦੇ। ਸ਼ਾਂਤ ਪਲੇ, ਸ਼ਾਂਤ ਖੇਡ ਹੋ ਗਏ। ਕਈ ਬੱਚੇ ਜਿਹੜੇ ਹੈਗੇ ਆ ਭੱਜਣ ਦੌੜਨ ਵਾਲੇ ਜਿਹੜੇ ਖੇਡ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਐਕਟੀਵਿਟੀ ਸ਼ੋਅ ਕਰਦੇ ਨੇ, ਇੰਟਰਸਟ ਸ਼ੋਅ ਕਰਦੇ ਨੇ। ਸੰਵੇਦੀ, क्रियात्मक और प्रतीकात्मक खेल, सेंसरी मोटर एंड सिंबॉलिक। सेंसरी मोटर, संवेदी 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 याद रखो वार-वार। संवेद ਸੈਂਸਰੀ, ਸੈਂਸ ਨਾਲ ਸੰਬੰਧਿਤ। ਸੈਂਸ ਕੀ ਹੁੰਦੀਆਂ ਨੇ, ਕਿੰਨੀਆਂ ਸੈਂਸਸ ਨੇ, ਸੈਂਸਰੀ ਆਰਗਨ ਕਿਹੜੇ ਕਿਹੜੇ ਨੇ। ਹਾਂਜੀ ਹਾਂ, ਤਾਂ ਉਹਦੇ ਨਾਲ ਸੰਬੰਧਿਤ ਖੇਡ। ਠੀਕ ਹੈ ਜੀ, ਸੈਂਸਰੀ ਆਰਗਨਸ ਯਾਦ ਰਹਿਣਗੇ। ਫਿਰ ਸਾਨੂੰ ਇਹ ਯਾਦ ਰਹੇਗਾ ਕਿ ਸੈਂਸਰੀ ਮੋਟਰ ਐਂਡ ਸਿੰਬੋਲਿਕ ਪਲੇ। ਸਿੰਬੋਲਿਕ ਪਲੇ ਕੋਈ ਬੱਚਿਆਂ ਨੂੰ, ਜਿਵੇਂ ਆਪਾਂ ਨਾਟਕ ਕਰਵਾਉਂਦੇ ਆ, ਐਕਟੀਵਿਟੀ ਕਰਵਾਉਂਦੇ ਆ, ਕਿਸੇ ਦੀ ਐਕਟੀਵਿਟੀ ਕਰਵਾਉਣੀ, ਟੀਚਰ ਬਣਾ ਦੇਣਾ, ਮਾਤਾ ਪਿਤਾ ਦਾ ਰੋਲ ਕਰਵਾਉਣਾ। ਖੇਲ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਾਮਨ ਨੇ ਰਾਜੇ, ਸਾਰੀਆਂ ਚੀਜ਼ਾਂ ਕਾਮਨ ਹੈਗੀਆਂ ਨੇ। ਖੇਲ ਨੂੰ ਕੀ ਪ੍ਰਭਾਵਿਤ ਕਰਦਾ, ਬੱਚੇ ਦੀ ਉਮਰ ਪ੍ਰਭਾਵਿਤ ਕਰਦੀ ਆ। ਠੀਕ ਹੈ। ਉਹਦੀ ਜਿਹੜੀ ਸਿਹਤ ਪ੍ਰਭਾਵਿਤ ਕਰਦੀ ਆ। ਸਮਾਜਿਕ ਵਰਗ, ਸੋਸ਼ਲ ਜਿਹੜਾ ਉਹਦਾ ਸੋਸ਼ਲ ਲੈਵਲ ਕੀ ਹੈ ਬੱਚੇ ਦਾ, ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਲਿੰਗ, ਜੈਂਡਰ ਪ੍ਰਭਾਵਿਤ ਕਰਦਾ ਹੈ। जनसंपर्क माध्यम, मीडिया प्रभावित करता है। इन्वायरमेंट, हाँ, परिस्थितिकी और परिवेश, इकोलॉजी एंड सैटिंग, वो किहो जे एरिया ਦੇ ਵਿੱਚ ਰਹਿ ਰਹੇ ਨੇ, ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਤੰਗ ਗਲੀਆਂ ਦੇ ਵਿੱਚ ਰਹਿਣ ਵਾਲੇ ਬੱਚੇ ਉਹੋ ਜਿਹੇ ਖੇਡਾਂ ਖੇਡਣ ਲੱਗ ਜਾਂਦੇ ਨੇ। ਖੁੱਲੇ ਏਰੀਆ ਦੇ ਵਿੱਚ ਰਹਿਣ ਵਾਲੇ ਬੱਚੇ ਉਹੋ ਜਿਹੇ ਖੇਡਾਂ ਖੇਡਣ ਲੱਗ ਜਾਂਦੇ ਨੇ। ਇਹ ਆਪਣਾ ਪਹਿਲਾ ਟੌਪਿਕ ਸੀਗਾ। ਉਸ ਤੋਂ ਦੂਸਰਾ ਹੈਗਾ 1 वर्ष की आयु में बाल विकास। ठीक है। 1 वर्ष की आयु ਦੇ ਵਿੱਚ ਕੀ परिवर्तन आउंदे ने। एक महीने ਦਾ ਬੱਚਾ ਕੀ ਹੁੰਦਾ, ਸਭ ਤੋਂ ਪਹਿਲਾਂ 1 ਮਹੀਨੇ ਦਾ ਬੱਚਾ ਕੀ ਹੁੰਦਾ, ਨਿਊਨੇਟ। ਹਿੰਦੀ ਦੇ ਵਿੱਚ ਨਵਜਾਤ, ਨਿਊਨੇਟ, ਨਵਜਾਤ। ਹਾਂ ਠੀਕ ਹੈ। ਉਹਦੀਆਂ ਐਕਟੀਵਿਟੀਜ਼ ਕੀ ਹੈਗੀਆਂ ਨੇ, ਕਿਰਿਆਤਮਕ ਯੋਗਤਾएं, ਮੋਟਰ ਕੈਪੇਬਿਲਿਟੀਜ਼। ਠੀਕ ਹੈ। ਮੋਟਰ ਕੈਪੇਬਿਲਿਟੀਜ਼, 1 ਮਹੀਨੇ ਤੱਕ ਦਾ ਬੱਚਾ ਕੀ ਐਕਟੀਵਿਟੀਜ਼ ਕਰ ਲੈਂਦਾ ਹੈ। ਚੇਤੇ ਮਾੜਾ ਮੋਟਾ ਜਾਂ 7 ਦਿਨਾਂ ਤੱਕ ਅਸੀਂ ਕਹਿੰਦੇ ਸੀ ਕਿ 7 ਦਿਨਾਂ ਤੱਕ ਬੱਚੇ ਨੂੰ ਸੁਣਨ ਦਾ ਘੱਟ ਆ, ਜਾਂ ਇਹ ਕਹਿ ਲਓ
कि 7वें दिन तो बच्चा जिहड़ा हैगा सुनना भी शुरू कर दिंदा है। ठीक है, बाकी एक्टिविटीज तो करदा ही करदा है। रूटिंग रिफ्लैक्सेस होंदे ने, ये पॉइंट याद रख लो। रूटिंग रिफ्लैक्सेस सहज प्रतिक्रियाएं, सहज सहज का मतलब अपने आप। ਹੁਣ ਬੱਚੇ ਨੂੰ ਮੁਸਕਰਾਉਣਾ ਕੌਣ ਸਿਖਾਉਂਦਾ? ਬੱਚਾ ਆਪਣੇ ਆਪ ਇਹ ਚੀਜ਼ ਸਿੱਖਦਾ। ਠੀਕ ਹੈ, ਸਾਡੇ ਵੱਲ ਦੇਖਦਾ ਹੈ, ਉਹ ਮਹਿਸੂਸ ਕਰਦਾ ਇਸ ਚੀਜ਼ ਨੂੰ, ਪਰ ਇਹ ਕੁਦਰਤੀ ਹੈ। ਸਕਿੰਗ ਦੀ ਜਿਹੜੀ ਹੈਗੀ ਆ ਬੱਚੇ ਦਾ ਜਦੋਂ ਫਸਟ ਟਾਈਮ ਫੀਡ ਲੈਂਦਾ ਹੈ ਬੱਚਾ, ਤੇ ਸਕਿੰਗ ਜਿਹੜੀ ਹੈਗੀ ਹੈ ਬੱਚੇ ਦੇ ਵਿੱਚ ਸਹਿਜ ਹੈ। ਤੁਸੀਂ ਉਹਦੇ ਮੂੰਹ ਦੇ ਵਿੱਚ ਅਗਰ ਉਂਗਲੀ ਰੱਖਦੇ ਹੋ ਤਾਂ ਉਹਦੇ ਵਾਸਤੇ ਸਕਿੰਗ ਸਹਿਜ ਹੈ, ਉਹਨੂੰ ਸਿਖਾਇਆ ਨਹੀਂ ਗਿਆ। ਇਹ ਆਪਣੇ ਆਪ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ ਬੱਚੇ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ। सहज प्रतिक्रियाएं, रूटिंग रिफ्लैक्सेस। ठीक है, ये पॉइंट तुसी लिख दोगे, अपने आप क्लियर हो जाएगा कि हाँ इन्होंने पढ़िया है कुछ ना कुछ। संवेदी योग्यताएं, सेंसरी कैपेबिलिटीज। ठीक है, हुणे आपां कीता गल जिन्नियां भी सेंसेस हैगियां ने उन्हां नाल संबंधित ओहदियां एक्टिविटीज जिहड़ियां हैगियां ने ओह ਅੱਖਾਂ ਨਾਲ ਸੰਬੰਧਿਤ, ਕੰਨਾਂ ਨਾਲ ਸੰਬੰਧਿਤ, ਨੱਕ ਨਾਲ ਸੰਬੰਧਿਤ, ਚਮੜੀ ਨਾਲ ਸੰਬੰਧਿਤ, ਜੀਭ ਨਾਲ ਸੰਬੰਧਿਤ। ਫਿਰ ਉਸ ਤੋਂ ਬਾਅਦ ਹਾਂ ਇੱਕ ਟੌਪਿਕ ਹੋਰ ਧਿਆਨ ਦੇ ਵਿੱਚ ਆਇਆ ਤੁਹਾਨੂੰ, ਸ਼ਾਇਦ ਇਹ ਵੀ ਪ੍ਰਸ਼ਨ ਆ ਸਕਦਾ ਹੈ ਆਹਾਰ ਨਾਲ ਸੰਬੰਧਿਤ। ਇੱਕ ਚੀਜ਼ ਹੋ ਸਕਦੀ ਹੈ ਭਾਸ਼ਾਈ ਵਿਕਾਸ ਸੇ ਸੰਬੰਧਿਤ। ਭਾਸ਼ਾਈ ਵਿਕਾਸ ਦੇ ਵਿੱਚ ਵੀ ਬੱਚੇ ਆਪਾਂ ਗੱਲ ਕਰ ਚੁੱਕੇ ਹਾਂ, ਦੇਖੋ ਇਹ ਠੀਕ ਹੈ ਵੀ ਪਹਿਲੇ ਵਰਸ਼ ਦੇ ਵਿੱਚ ਬੱਚੇ ਦਾ ਭਾਸ਼ਾਈ ਵਿਕਾਸ ਪਰ ਟਿੱਪਣੀ ਕੀजिए। ਇਹ 14ਵਾਂ ਪ੍ਰਸ਼ਨ ਹੈ, 14ਵਾਂ ਪ੍ਰਸ਼ਨ। ਤਾਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਮਾਂ-ਬਾਪ ਦੀ ਐਕਟੀਵਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ 1 ਮਹੀਨੇ ਦੇ ਬੱਚੇ ਵਾਸਤੇ 1 ਸਾਲ ਦੇ ਬੱਚੇ ਦੇ ਕੋਲੇ ਉਹਦੇ ਮਾਂ-ਬਾਪ ਜ਼ਿਆਦਾ ਗੱਲ ਨਹੀਂ ਕਰਦੇ, ਉਹਦੇ ਕੋਲੇ ਬੈਠ ਕੇ ਐਕਟੀਵਿਟੀਜ਼ ਨਹੀਂ ਕਰਦੇ, ਤਾਂ ਬੱਚਾ ਜਿਹੜਾ ਹੈਗਾ ਲੇਟ ਬੋਲਣਾ ਸ਼ੁਰੂ ਕਰੇਗਾ ਜਾਂ ਉਹਦੇ ਸ਼ਬਦ ਜਿਹੜੇ ਹੈਗੇ ਨੇ ਉਹ ਸਾਫ਼ ਨਹੀਂ ਹੋਣਗੇ। ਕਿਉਂਕਿ ਕਿੱਥੋਂ ਸਿੱਖਦੇ ਆ? ਬੱਚਾ ਭਾਸ਼ਾ ਕਿਵੇਂ ਸਿੱਖਦਾ ਹੈ? ਇਮੀਟੇਸ਼ਨ, ਨਕਲ। ਹੋਰ ਕੀ ਕਹਿੰਦੇ ਆਪਾਂ ਨੂੰ? ਅਨੁਕਰਨ। ਸੈਕੰਡ ਚੈਪਟਰ ਇਹ ਚੱਲ ਰਿਹਾ, ਸੈਕੰਡ ਚੈਪਟਰ। ਕੁਝ ਸ਼ਾਰਟ ਟੌਪਿਕਸ ਜਿਹੜੇ ਆਪਾਂ ਕੀਤੇ ਸੀ। ਕੂਜਨ, ਕੂਜਨ ਕੀ ਹੁੰਦਾ? ਜਦੋਂ ਬੱਚਾ ਜਿਵੇਂ ਆਪਾਂ ਰੀ ਕਰਨਾ ਕਹਿੰਦੇ ਆ ਉਹ ਕਰਦਾ ਹੈ, ਉਹ ਕੂਜਨ ਹੁੰਦਾ ਹੈ। ਬਾਲਾਲਾਪ ਜਿਵੇਂ ਮਾਮਾ ਮਾਮਾ ਦਾਦਾ 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 ਇਸ ਤਰ੍ਹਾਂ ਬੱਚੇ ਬੋਲਦੇ ਨੇ। ਹਾਂ, ਕੂਜਨ, ਬਾਲਾਲਾਪ। ਪ੍ਰਾਰੰਭਿਕ ਸ਼ਬਦ ਤੁਸੀਂ ਪੜ੍ਹ ਲੈਣਾ ਪੁਆਇੰਟ, ਕਿਹੜੇ ਕਿਹੜੇ ਪ੍ਰਾਰੰਭਿਕ ਸ਼ਬਦ ਤੁਹਾਨੂੰ ਪਤਾ ਹੋਣੇ ਚਾਹੀਦੇ ਕਿ ਜਿਹੜਾ ਬੱਚਾ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਸ਼ਬਦ ਬੋਲਣੇ ਸਿੱਖਦਾ ਹੈ। ਲਗਾਵ ਬਾਰੇ ਗੱਲ ਕੀਤੀ ਸੀ। ਲਗਾਵ ਬਹੁਤ ਜ਼ਿਆਦਾ ਮਹੱਤਵਪੂਰਨ ਪਹਿਲੂ ਹੈ ਬੱਚੇ ਦੇ ਜੀਵਨ ਦੇ ਵਿੱਚ। ਛੋਟੇ ਬੱਚੇ ਵਾਸਤੇ ਲਗਾਵ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਅਗਰ ਉਹਨੂੰ ਲਗਾਵ, ਇੰਟੀਮੇਸੀ, ਇੰਟੀਮੇਸੀ। ਠੀਕ ਹੈ ਵੀ ਬੱਚੇ ਦੇ ਨਾਲ ਉਹਦੇ ਮਾਂ-ਬਾਪ ਦਾ ਜਿਹੜੀ ਇੰਟਰੈਕਸ਼ਨ ਹੈਗੀ ਹੈ, ਹਾਂ ਸਭ ਤੋਂ ਪਹਿਲਾਂ ਕਿਹਦੇ ਨਾਲ? ਸਭ ਤੋਂ ਪਹਿਲਾਂ ਉਹਦੀ ਮਾਂ ਦੇ ਨਾਲ। ਕਿਉਂਕਿ ਅਸੀਂ ਇਹ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਟੱਚ ਉਹ ਕਿਸ ਦਾ ਮਹਿਸੂਸ ਕਰਦਾ? ਉਹਦੀ ਮਾਤਾ ਦਾ ਟੱਚ ਮਹਿਸੂਸ ਕਰਦਾ ਹੈ। ਤਾਂ ਉਸ ਤੋਂ ਬਾਅਦ ਉਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਉਹਦੀ ਇੰਟਰੈਕਸ਼ਨ ਬਣਦੀ ਹੈ। ਤਾਂ ਇੱਥੋਂ ਹੀ ਉਹਦੇ ਲਗਾਵ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨੂੰ ਜੋ ਟੱਚ ਮਿਲਦਾ ਉਹਦੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਉਹਦੇ ਮਾਂ ਤੋਂ ਉਹ ਦੂਰ ਨਹੀਂ ਹੋਣਾ ਚਾਹੁੰਦਾ, ਫਿਰ ਉਹਦੇ ਦੂਸਰੇ ਪੇਰੈਂਟਸ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਤੇ ਇਹ ਲਗਾਵ ਹੈ। ਠੀਕ ਹੈ, ਅਗਰ ਉਹਨੂੰ ਘਰ ਦੇ ਵਿੱਚ ਲਗਾਵ ਮਿਲਦਾ ਹੈ ਬੱਚੇ ਨੂੰ, ਤਾਂ ਡਿਵੈਲਪਮੈਂਟ ਜਿਹੜੀ ਹੈਗੀ ਆ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਹੋਏਗੀ। ਚਿੜਚਿੜਾ ਬਣ ਜਾਂਦਾ ਬੱਚਾ। ਸ਼ਬਦ ਯਾਦ ਰੱਖਣਾ ਕਿ ਬੱਚੇ ਜਿਹੜੇ ਅਗਰ ਉਹਨਾਂ ਨੂੰ ਸਨੇਹ ਨਹੀਂ ਮਿਲਦਾ, ਲਗਾਵ ਨਹੀਂ ਮਿਲਦਾ, ਤਾਂ ਉਹ ਚਿੜਚਿੜੇ ਹੋ ਜਾਂਦੇ ਨੇ, ਖਾਣਾ ਪੀਣਾ ਘੱਟ ਕਰ ਦਿੰਦੇ ਨੇ, ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ, ਰੋਂਦੇ ਨੇ। उन्नीवां प्रश्न, इमोशनल एक्सप्रेशंस, भावात्मक अभिव्यक्तियां। शिशु की भावात्मक अभिव्यक्तियों का वर्णन कीजिए। ठीक है, ये तुहानू प्रश्न इवें भी हो सकता, 5 बिहेवियर पूछ सकते हैं। ठीक है,
ਤੁਹਾਨੂੰ ਬੱਚੇ ਦੇ 5 ਜਾਂ 4 ਜਾਂ 3 ਬਿਹੇਵੀਅਰ ਵੀ ਪੁੱਛ ਸਕਦੇ ਨੇ ਕਿ ਬਿਹੇਵੀਅਰਸ ਦੇ ਬਾਰੇ ਦੱਸੋ। 1 ਸਾਲ ਦੇ ਬੱਚੇ ਦੇ ਵਿੱਚ ਕਿਹੜੇ-ਕਿਹੜੇ ਬਿਹੇਵੀਅਰ ਹੁੰਦੇ ਨੇ। ਇਹਦੇ ਜਿਵੇਂ ਆ ਗਿਆ अपरिचित के प्रति चिंता, ठीक है। ਜਿਹੜਾ ਬੰਦਾ ਅਨਨੋਨ ਹੈ ਉਹਦੇ ਪ੍ਰਤੀ ਚਿੰਤਾ ਮਹਿਸੂਸ ਕਰਦਾ ਬੱਚਾ, ਡਰ ਮਹਿਸੂਸ ਕਰਦਾ ਹੈ। ਫਿਰ ਹੈਗਾ ਵਿਛੜਨੇ का डर ਕਿ ਬੱਚੇ ਨੂੰ ਉਹਦੇ ਮਾਂ-ਬਾਪ ਤੋਂ ਹਾਂ ਬੇਗਾਨਾ ਓਪਰਾ ਕਰਨਾ ਕਹਿੰਦੇ ਨਾ ਆਪਾਂ, ਓਪਰਾ ਕਰ ਗਿਆ ਬੱਚਾ, ਠੀਕ ਹੈ, ਰੋਣ ਲੱਗ ਜਾਂਦੇ ਦੂਸਰੇ ਬੰਦੇ ਨੂੰ ਦੇਖ ਕੇ। ਵਿਛੜਨੇ का डर, ਇਨਸਿਕਿਉਰਿਟੀ, ਵਿਛੜਨੇ का डर, ਇਹ ਹੁੰਦੇ ਆ ਸੈਪਰੇਸ਼ਨ ਐਂਜ਼ਾਈਟੀ। ਸੈਪਰੇਸ਼ਨ ਐਂਜ਼ਾਈਟੀ ਲਿਖਿਆ ਹੈ ਇਹਦੇ ਵਿੱਚ, ਸੈਪਰੇਸ਼ਨ ਐਂਜ਼ਾਈਟੀ। ਬੱਚੇ ਨੂੰ ਇਸ ਚੀਜ਼ ਦਾ ਡਰ ਨਹੀਂ ਹੁੰਦਾ ਕਿ ਉਹਦੇ ਮਾਂ-ਬਾਪ ਤੋਂ ਵਿਛੜ ਨਾ ਜਾਵੇ। ਅਗਰ ਉਹਦੀ ਮਾਤਾ ਬਾਹਰ ਜਾਂਦੀ ਤਾਂ ਮਗਰ ਭੱਜੇਗਾ, ਉਹਦੇ ਪਿਤਾ ਬਾਹਰ ਜਾਂਦਾ ਤਾਂ ਉਹਨਾਂ ਨੇ ਮਗਰ ਭੱਜੇਗਾ, ਠੀਕ ਹੈ। ਜਾਂ ਕਮਰੇ ਚੋਂ ਬਾਹਰ ਜਾਂਦੇ ਤਾਂ ਉਹ ਰੋਏਗਾ, ਉਹਨੂੰ ਵਿਛੜਨ ਦਾ ਡਰ ਨਹੀਂ ਹੁੰਦਾ ਕਿ ਪਤਾ ਨਹੀਂ ਕਿੱਥੇ ਚਲੇਗੀ। अगला तीसरा चैप्टर, चैप्टर 3, बाल विकास 13 से 36 माह के दौरान, डेवलपमेंट ड्यूरिंग टॉडलरहुड। 1 ਮਹੀਨੇ ਦਾ ਕੀ ਹੁੰਦਾ, ਨਿਊਨੇਟ। 1 ਤੋਂ ਲੈ ਕੇ 12 ਮਹੀਨੇ ਦਾ ਜਾਗੋ। ਹਾਂ, ਇਸ ਕਾਲ ਨੂੰ ਕੀ ਕਹਿੰਦੇ ਆ, ਇਸ ਕਾਲ ਨੂੰ ਕੀ ਕਹਿੰਦੇ ਆ, ਇਸ ਕਾਲ ਨੂੰ ਕੀ ਕਵਾਂਗੇ, 1 ਤੋਂ 12 ਮਹੀਨੇ ਦੇ ਕਾਲ ਨੂੰ ਕੀ ਕਵਾਂਗੇ, ਇਨਫੈਂਸੀ, ठीक है। इन्फेंट, इन्फेंसी, शिशु, शिशु काल। हाँ, 13 से 36 माह, 1 साल से 3 साल तक टॉडलर, टॉडलरहुड, पूर्व बचपन। तीसरा प्रश्न, तीसरा प्रश्न, फाइन मोटर स्किल्स। 13 से 36 माह की अवधि में बच्चे में विकसित होने वाले सूक्ष्म क्रियात्मक कौशलों का वर्णन कीजिए। 3 साल ਦੇ ਬੱਚੇ ਤੱਕ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ ਬੱਚੇ ਦੇ ਵਿੱਚ। ਕੈਚਿੰਗ, ਪਕੜਨਾ, ਉਂਗਲਾਂ ਦੇ ਨਾਲ ਚੀਜ਼ਾਂ ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ। ਸਕ੍ਰਿਬਲਿੰਗ, ਸਕ੍ਰਿਬਲਿੰਗ, ਹਾਂ, ਆੜੀਆਂ ਤਿਰਛੀਆਂ ਲਾਈਨਾਂ ਲਗਾਉਣੀਆਂ, ਗੋਲ-ਗੋਲ ਲਾਈਨਾਂ ਲਗਾਉਣੀਆਂ। ਕਿਸ ਚੀਜ਼ ਦਾ ਪ੍ਰਯੋਗ ਕਰਦੇ ਨੇ, ਉਂਗਲਾਂ ਦਾ, ਖੂਣੀ ਦਾ, ਠੀਕ ਹੈ। ਕਲਾਈ ਦਾ ਪ੍ਰਯੋਗ ਹੁੰਦਾ ਹੈ, ਕਲਾਈ ਦੀ ਐਕਟੀਵਿਟੀਜ਼ ਜ਼ਿਆਦਾ ਹੁੰਦੀਆਂ ਨੇ। ਹੋਰ ਕੀ ਹੁੰਦਾ ਇਹਦੇ ਵਿੱਚ, ਅੱਖਾਂ ਤੇ ਹੱਥਾਂ ਦਾ ਸਮਨਵੈ, ਅੱਖਾਂ ਤੇ ਹੱਥਾਂ ਦਾ ਤਾਲਮੇਲ। ਹਾਂਜੀ, ਸ਼ਾਬਾਸ਼। चौदहवां, 14th क्वेश्चन। ਇਹਨਾਂ ਵਿੱਚ ਮੈਨੂੰ ਲੱਗਦਾ ਕੁਐਸਚਨ ਕੋਈ ਨਾ ਕੋਈ ਨਾ ਆ ਜਾਣਾ ਤੁਹਾਨੂੰ। ਈਗੋਸੈਂਟਰਿਕ ਬਿਹੇਵੀਅਰ, ਸਵਾਇਤਤਾ, ਨਹੀਂ ਸਵਾਇਤਤਾ, ਆਟੋਨੋਮੀ, ਸਵਾਇਤਤਾ, ਆਟੋਨੋਮੀ। ਆਪਣੇ ਆਪ ਤੇ ਜਿਵੇਂ ਹੰਕਾਰ ਦਾ ਧਿਆਨ ਰੱਖਣਾ ਕਿ ਜੋ ਮੈਂ ਚਾਹੁੰਦਾ ਮੈਂ ਆਪਦੀ ਮਰਜ਼ੀ ਅਨੁਸਾਰ ਕੰਮ ਕਰਾਂਗਾ। ਤੁਸੀਂ ਉਹਨੂੰ ਕੁਝ ਖਾਣ ਨੂੰ ਦਿੰਦੇ ਹੋ, ਯਾਦ ਰੱਖਣੀ ਉਦਾਹਰਨ ਇੱਕੋ ਹੀ ਧਿਆਨ ਚ ਤਾਂ ਵਾਰ-ਵਾਰ ਕਰਦਾ, ਗੱਲ ਯਾਦ ਰਹਿ ਜੇ। ਤੁਸੀਂ ਕੋਈ ਉਹਨੂੰ ਬੱਚੇ ਨੂੰ ਚੀਜ਼ ਖਾਣ ਵਾਸਤੇ ਦਿੰਦੇ ਹੋ ਪਰ ਬੱਚਾ ਉਸ ਚੀਜ਼ ਨੂੰ ਮਨਾ ਕਰ ਦਿੰਦਾ ਹੈ, ਚਾਹੇ ਉਹਨੂੰ ਦੁੱਧ ਦੀ ਬੋਤਲ ਦਿੱਤੀ ਜਾਂਦੀ ਹੈ ਜਾਂ ਕੋਈ ਉਹਨੂੰ ਪਲੇਟ ਵਿੱਚ ਕੋਈ ਚੀਜ਼ ਖਾਣ ਵਾਸਤੇ ਦਿੱਤੀ ਜਾਂਦੀ ਹੈ, ਤੁਸੀਂ ਉਹਦੇ ਮਗਰ ਜਾਂਦੇ ਹੋ ਪਰ ਉਹ ਨਹੀਂ ਖਾਂਦਾ, ਤੁਸੀਂ ਰੱਖ ਕੇ ਪਾਸੇ ਹੋ ਜਾਂਦੇ ਹੋ, ਬੱਚਾ ਆਪਣੀ ਮਰਜ਼ੀ ਦੇ ਨਾਲ ਖਾਣਾ ਸ਼ੁਰੂ ਕਰ ਦਿੰਦਾ ਹੈ, ਉਹਦੀ ਮਰਜ਼ੀ ਨਾਲ ਕੰਮ ਕਰਨਾ ਚਾਹੁੰਦਾ ਹੈ। ਇਹ ਵਿਵਹਾਰ ਕਿਸ ਏਜ ਦੇ ਵਿੱਚ ਆਉਂਦਾ ਹੈ, ਏਜ ਗਰੁੱਪ ਕਿਹੜਾ ਕਰ ਰਹੇ ਪਏ ਆ। ਆਟੋਨੋਮੀ ਕਿਸ ਸਾਲ ਦੇ ਵਿੱਚ ਹੁੰਦੀ ਹੈ, ਜਿਹੜੇ 13 ਤੋਂ 36 ਸਾਲ, 36 ਮਹੀਨੇ ਦੀ ਗੱਲ ਕਰਦੇ ਪਏ ਆ। 1 ਤੋਂ ਲੈ ਕੇ 3 ਸਾਲ ਦਾ ਬੱਚਾ टॉडलर, 1 तो 3 साल का बच्चा, 13 से लेकर 36 माह के बच्चे की बात कर रहे हैं। हाँ, टॉडलर ਦੇ ਵਿੱਚ ਕੀ ਹੁੰਦਾ ਦੱਸੋ, ਜੋੜ ਦੋ ਚੀਜ਼ਾਂ ਨੂੰ।
ਟੌਡਲਰ ਕਦੋਂ ਤੱਕ ਹੁੰਦਾ 1 ਤੋਂ 3 ਸਾਲ? ਟੌਡਲਰ ਦੇ ਵਿੱਚ ਕੀ ਹੁੰਦਾ ਹੈ? ਟੌਡਲਰ ਦੇ ਵਿੱਚ ਆਟੋਨੋਮੀ ਹੁੰਦੀ ਹੈ। ਕਿਹੜੇ ਕਿਹੜੇ ਬਿਹੇਵੀਅਰ ਹੁੰਦੇ ਆ? ਆਟੋਨੋਮੀ। ਦੂਸਰਾ ਪਰਉਪਕਾਰਿਤਾ, ਸਮਾਨੁਭੂਤੀ, ਇੰਪੈਥੀ ਪੈਦਾ ਹੁੰਦੀ ਹੈ ਬੱਚੇ ਦੇ ਵਿੱਚ। ਪਰਉਪਕਾਰਿਤਾ, ਆਪਣੀ ਚੀਜ਼ ਦੂਸਰੇ ਨੂੰ ਦੇਣ ਦਾ ਜਜ਼ਬਾ। ਸਾਰਿਆਂ ਵਿੱਚ ਨਹੀਂ ਹੁੰਦਾ, ਹੁੰਦਾ ਸਾਰਿਆਂ ਦੇ ਵਿੱਚ ਹੈ। ਉਹਦਾ ਲੈਵਲ ਹੁੰਦਾ ਅਲੱਗ-ਅਲੱਗ, ਕਈਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ, ਕਈ ਬੱਚੇ ਇਸ ਚੀਜ਼ ਤੋਂ ਪਰਹੇਜ਼ ਕਰਦੇ ਆ, ਘੱਟ ਆਪਦੀ ਚੀਜ਼ਾਂ ਨੂੰ ਸ਼ੇਅਰ ਕਰਦੇ ਆ, ਆਪਦੀਆਂ ਚੀਜ਼ਾਂ ਦੂਜੇ ਨੂੰ ਦੇਣੀਆਂ। ਹਾਂ, ਦੂਸਰੇ ਦੇ ਇਮੋਸ਼ਨਸ ਨੂੰ ਸਮਝਣਾ, ਦੂਸਰੇ ਨੂੰ ਆਪਦੇ ਵਰਗਾ ਮਹਿਸੂਸ ਕਰਨਾ, ਸਮਾਨ ਅਨੁਭੂਤੀ, ਆਪਣੇ ਵਰਗਾ ਮਹਿਸੂਸ ਕਰਨਾ। ਜਦੋਂ ਬੱਚੇ ਦੇ ਦੋਸਤ ਦੇ ਸੱਟ ਲੱਗਦੀ ਆ ਤਾਂ ਜਿਵੇਂ ਉਹਦੀ ਮਾਤਾ ਨੇ ਉਹਨੂੰ ਸੰਭਾਲਿਆ ਹੁੰਦਾ ਹੈ, ਉਵੇਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਉਹ ਆਪਦੀ ਮਾਤਾ ਨੂੰ ਸੱਦ ਲਿਆਉਂਦਾ ਹੈ ਤਾਂ ਕਿ ਜਿਵੇਂ ਉਹਦੀ ਮਾਤਾ ਨੇ ਉਹਦੀ ਕੇਅਰ ਕੀਤੀ ਸੀ ਸੱਟ ਵੱਜਣ ਤੇ, ਉਸੇ ਤਰ੍ਹਾਂ ਦੂਸਰੇ ਬੱਚੇ ਦੀ ਵੀ ਕੇਅਰ ਹੋਵੇ। ਹਾਂਜੀ, भय, क्रोध और आक्रामकता, एंगर, एग्रेशन। भय की ਹੁੰਦਾ fear, anger and aggression। ਇਹ ਤੁਹਾਨੂੰ ਕਰਵਾਇਆ ਹੋਇਆ ਤਿੰਨੇ ਚੀਜ਼ਾਂ। ਅੱਗੇ ਹੈ ਸਵ ਸੰਕਲਪਨਾ, ਸੈਲਫ ਕਨਸੈਪਟ। ਸਵ ਸੰਕਲਪਨਾ, ਹਾਂ, ਸਵ ਸੰਕਲਪਨਾ, ਸੈਲਫ ਕਨਸੈਪਟ। ਦੇਖੋ ਆਟੋਨੋਮੀ ਕੀ ਹੈਗੀ? ਆਟੋਨੋਮੀ ਹੈਗੀ ਆਟੋ, ਆਪਣੇ ਆਪ, ਮੈਂ। ਆਟੋ ਨਾ ਸਮਝੋ ਮੈਂ, ਹੰਕਾਰ ਦੀ ਗੱਲ ਯਾਦ ਰੱਖੋ ਦਿਮਾਗ 'ਚ ਤਾਂ ਕਿ ਤੁਹਾਨੂੰ ਭੁੱਲੇ ਨਾ। ਹੰਕਾਰ ਦੇ ਵਿੱਚ ਕੀ ਕਰਦੇ ਆ ਕਿ ਜੋ ਮੈਂ ਚਾਹੂੰਗਾ ਉਹ ਕਰਾਂਗਾ। ਸੈਲਫ ਕਨਸੈਪਟ ਕੀ ਹੈ ਜਾਂ ਸਵ ਸੰਕਲਪਨਾ ਕੀ ਹੈ ਕਿ ਬੱਚਾ ਆਪਣੇ ਆਪ ਨੂੰ ਆਬਜ਼ਰਵ ਕਰਨਾ ਸ਼ੁਰੂ ਕਰ ਦਿੰਦਾ, ਉਹਦੀਆਂ ਕੈਪੇਬਿਲਿਟੀਆਂ ਵੇਖਣੀਆਂ ਸ਼ੁਰੂ ਕਰ ਦਿੰਦਾ ਕਿ ਮੈਂ ਕੀ ਕਰ ਸਕਦਾ, ਮੈਂ ਕੀ ਹਾਂ, ਆਪਣੇ ਅਸਤਿਤਵ ਦੀ ਪਹਿਚਾਣ, ਆਪਣੀ ਹੋਂਦ ਦੀ ਪਹਿਚਾਣ। ਠੀਕ ਹੈ, ਮੈਂ ਕਿਹੜਾ, ਮੈਨੂੰ ਕਿਹੜੀ ਚੀਜ਼ ਪਸੰਦ ਆ, ਮੈਂ ਕੀ ਨਹੀਂ ਪਾਉਣਾ, ਮੈਂ ਕੀ ਕਰਾਂਗਾ, ਮੈਂ ਕੀ ਕਰਨਾ ਚਾਹੁੰਦਾ। ਠੀਕ ਹੈ, ਇਹ ਆਪਣੇ, ਹਾਂ, ਆਪਣੇ ਬਾਰੇ ਜਾਣਨਾ, ਆਪਣੇ ਆਪ ਨੂੰ ਮਹੱਤਤਾ ਦੇਣੀ, ਆਪਣੇ ਆਪ ਨੂੰ ਸੋਹਣਾ ਤਿਆਰ ਕਰਨਾ। ਮੈਂ ਆਹ ਕੱਪੜੇ ਨਹੀਂ ਪਾਉਣੇ, ਮੈਨੂੰ ਆਹ ਸੋਹਣੇ ਲੱਗਦੇ ਆ। ਠੀਕ ਹੈ, ਮੈਂ ਆਹ ਐਕਟੀਵਿਟੀ ਕਰ ਸਕਦਾ ਕਿ ਨਹੀਂ ਕਰ ਸਕਦਾ, ਮੈਂ ਇੰਨੀ ਉਚਾਈ ਤੱਕ ਜਾ ਸਕਦਾ ਕਿ ਨਹੀਂ ਜਾ ਸਕਦਾ, ਮੈਂ ਆਹ ਖੇਡ ਖੇਡਣੀ ਕਿ ਨਹੀਂ ਖੇਡਣੀ। ਤਿੰਨ ਚੈਪਟਰ ਹੋ ਗਏ ਜੀ ਆਪਣੇ। ਠੀਕ ਹੈ, ਬਾਕੀ ਵੀ ਤੁਸੀਂ ਹੁਣ ਦੇਖੋ, ਜਿੰਨਾ ਟਾਈਮ ਤੁਹਾਡੇ ਕੋਲ ਹੈਗਾ ਉਹਨੂੰ ਲਾਓ। ਇੱਕ ਆਪਾਂ ਕੱਲ ਲੈਕਚਰ ਲਵਾਂਗੇ, ਉਹਦੇ ਵਿੱਚ ਇੱਕ ਵਾਰੀ ਫਿਰ ਇੱਕ ਤਾਂ ਉਹ ਪਿਆਜ਼ੇ ਵਾਲਾ ਕੰਸੈਪਟ ਕਰ ਲਾਂਗੇ। ਠੀਕ ਹੈ ਜੀ, ਤੇ ਦੂਸਰਾ ਤੁਸੀਂ, ਹਾਂ, ਇੱਕ ਆ ਕਰ ਲਓ, ਇਹ ਅਗਲੇ ਚੈਪਟਰ 'ਚ ਕਰਾਂਗੇ। ਤੁਸੀਂ ਹੁਣ ਇਹ ਕੰਮ ਕਰਨਾ, ਇੱਕ ਤਾਂ ਜੋ ਆਪਾਂ ਹੁਣ ਤਾਜ਼ਾ ਕੰਮ ਤੁਸੀਂ ਇਹ ਕਰੋਗੇ। ਹਾਂ, ਤਾਜ਼ਾ ਕੰਮ ਤੁਸੀਂ ਇਹ ਕਰੋਗੇ ਕਿ ਜੋ ਆਪਾਂ ਹੁਣ ਤੱਕ ਅੱਜ ਦੇ ਲੈਕਚਰ ਦਾ ਆਪਾਂ ਰਿਵਾਈਜ਼ ਕੀਤਾ, ਉਹਨੂੰ ਰਿਵਾਈਜ਼ ਕਰੋ। ਜਸਟ ਇੱਕ ਵਾਰੀ ਨਿਗਾਹ ਮਾਰਨੀ ਕਿ ਕੀ ਕੀਤਾ, ਕੁਛ ਨਹੀਂ ਪੜ੍ਹਨ ਦੀ ਲੋੜ ਹੈਗੀ, ਤੁਹਾਨੂੰ ਪੜ੍ਹਿਆ ਹੋਇਆ ਤੁਸੀਂ, ਕੋਈ ਪ੍ਰੋਬਲਮ ਨਹੀਂ ਆਉਂਦੀ। ਉਸ ਤੋਂ ਬਾਅਦ ਤੁਸੀਂ ਕੱਲ ਦੇ ਲੈਕਚਰ ਵਾਸਤੇ ਪਿਆਜ਼ੇ ਵਾਲਾ ਕੰਸੈਪਟ ਹੈਗਾ ਉਹਨੂੰ ਰੀਡ ਕਰਕੇ ਰੱਖਣਾ ਹੈ। ਠੀਕ ਹੈ, ਜਿੱਥੇ ਪ੍ਰੋਬਲਮ ਆਉਂਦੀ ਪਈ ਆ, ਇੰਗਲਿਸ਼ ਵਾਲੇ ਸਟੂਡੈਂਟਸ ਵੀ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜੇ ਸ਼ਬਦ ਦੀ, ਜਿਹੜੀ ਲਾਈਨ ਦੀ ਸਮਝ ਨਹੀਂ ਆਉਂਦੀ, ਉਹ ਪਲੀਜ਼ ਉਹਨੂੰ ਕਰ ਲੈਣਾ ਹੈ। ਠੀਕ ਹੈ, ਆਪਾਂ ਇਹਨੂੰ ਕੱਲ ਡਿਸਕਸ ਕਰਾਂਗੇ। ਠੀਕ ਹੈ ਜੀ, ਚਲੋ ਕਰੋ ਤਿਆਰੀ ਆਪਦੀ। ਓਕੇ, ਆਲ ਦਾ ਬੈਸਟ, ਥੈਂਕ ਯੂ।